ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ। ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿਥੈ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜੁਗੋ ਜੁਗ ਅਟਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਪਵਿੱਤਰ ਪਾਵਨ ਬਾਣੀ ਦਾ ਧਿਆਨ ਧਰ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਨਮਸਕਾਰ ਕਰਦਿਆਂ ਹੋਇਆਂ, ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਾਤਸ਼ਾਹ ਵੱਲੋਂ ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਦੇ ਨਾਲ ਸਾਰੇ ਸਾਂਝ ਪਾਈਏ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਡੇ ਉੱਤੇ ਬੜੀ ਵੱਡੀ ਕਿਰਪਾ ਹੈ, ਜਿਨ੍ਹਾਂ ਨੇ ਸਾਨੂੰ ਆਪਣੀ ਪਵਿੱਤਰ ਅਮੋਲਕ ਪਾਵਨ ਬਾਣੀ ਜਪਜੀ ਸਾਹਿਬ ਝੋਲੀ ਵਿੱਚ ਪਾਈ ਹੈ। ਅੱਜ ਜਪਜੀ ਸਾਹਿਬ ਦੀ ਵਿਚਾਰ ਕਰਦੇ ਹੋਇਆਂ ਸਾਡੇ ਕੋਲ ਗੁਰੂ ਨਾਨਕ ਸਾਹਿਬ ਦੀ ਇਸ ਪਾਵਨ ਬਾਣੀ ਦੀ 37 ਨੰਬਰ ਪੌੜੀ ਮੌਜੂਦ ਹੈ। 37 ਨੰਬਰ ਪੌੜੀ ਦੇ ਵਿੱਚ ਦੋ ਗੱਲਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਦੇ ਨਾਲ ਮੈਂ ਤੁਹਾਡੀ ਸਾਂਝ ਪਵਾ ਦੇਵਾਂ। ਪਹਿਲਾਂ ਤਾਂ ਸਤਿਗੁਰੂ ਨੇ ਕਰਮਖੰਡ ਦਾ ਜ਼ਿਕਰ ਕੀਤਾ ਹੈ, ਫਿਰ ਸੱਚਖੰਡ ਦਾ। ਕਰਮਖੰਡ ਭਾਵ ਬਖਸ਼ਿਸ਼ ਵਾਲੀ ਅਵਸਥਾ, ਮਿਹਰ ਵਾਲੀ ਅਵਸਥਾ। ਜਿਵੇਂ ਗੁਰੂ ਅਰਜਨ ਸਾਹਿਬ ਕਹਿੰਦੇ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਉਹਦੇ ਤੋਂ ਬਾਅਦ ਹੈ ਸੱਚਖੰਡ। ਸੱਚਖੰਡ ਦਾ ਮਤਲਬ ਹੈ ਜਦੋਂ ਦੋ ਤੋਂ ਇੱਕ ਹੋ ਗਏ, ਜਦੋਂ ਦੁਚਿੱਤਾਪਨ ਖਤਮ ਹੋ ਗਿਆ, ਦੁਬਿਧਾ ਖਤਮ ਹੋ ਗਈ, ਮੇਰ ਤਿਰ ਖਤਮ ਹੋ ਗਈ। ਜਦੋਂ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਜਦੋਂ ਖਾਲਸਾ ਮੇਰੋ ਰੂਪ ਹੈ ਖਾਸ ਬਣ ਗਏ। ਜਦੋਂ ਦੋ ਤੋਂ ਇੱਕ ਹੋ ਗਏ, ਆਪਾਂ ਉਹਨੂੰ ਸੱਚਖੰਡ ਕਹਿੰਦੇ ਆ। ਸੱਚਖੰਡ ਭਾਵ ਉਹ ਅੰਤਲੀ ਅਵਸਥਾ, ਜਿੱਥੇ ਜਾ ਕੇ ਅਸੀਂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਆ, ਰੱਬ ਦੇ ਵਿੱਚ ਇੱਕ ਮਿਕਤਾ ਸਾਡੀ ਹੋ ਜਾਂਦੀ ਹੈ, ਉਹ ਸੱਚਖੰਡ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਪਹਿਲਾਂ ਰਹਿਮਤ ਕਰਕੇ ਸਰਮਖੰਡ ਵਿੱਚੋਂ ਕੱਢਿਆ। ਸਰਮਖੰਡ ਭਾਵ ਮਿਹਨਤ ਵਾਲੀ ਅਵਸਥਾ, ਜਿੱਥੇ ਇਨਸਾਨ ਨੇ ਮਿਹਨਤ ਕਰਨੀ ਹੈ, ਆਪਣੇ ਜੀਵਨ ਦੀ ਘਾਟ ਖੁਦ ਘੜਨੀ ਹੈ। ਇਹ ਚੇਤੇ ਰੱਖਿਓ, ਮਿਹਨਤ ਸਾਨੂੰ ਕਰਨੀ ਪੈਣੀ। ਜਿਵੇਂ ਭਾਈ ਗੁਰਦਾਸ ਸਾਹਿਬ ਨੇ ਕਿਹਾ ਵੀ ਕਦਮ ਤੈਨੂੰ ਪੁੱਟਣਾ ਪੈਣਾ ਪਹਿਲਾ, ਗੁਰੂ ਫਿਰ ਕਰੋੜਾਂ ਕਦਮ ਪੁੱਟਣ ਨੂੰ ਵੀ ਤਿਆਰ ਹੈ। ਪਰ ਜੇ ਅਸੀਂ ਖੁਦ ਹੀ ਆਪਣੇ ਉੱਤੇ ਮਿਹਨਤ ਨਹੀਂ ਕਰਦੇ ਤਾਂ ਦੂਸਰੇ ਉੱਤੇ ਅਸੀਂ ਆਸ ਲਗਾ ਕੇ ਬੈਠੇ ਹਾਂ। ਇੱਦਾਂ ਬੁਰਕੀ ਤੋੜ ਕੇ ਕੋਈ ਮੂੰਹ 'ਚ ਨਹੀਂ ਪਾਉਂਦਾ। ਖੁਦ ਮਿਹਨਤ ਕਰਨੀ ਪੈਣੀ ਹੈ, ਖੁਦ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਪੈਣਾ, ਆਪਣੇ ਜੀਵਨ ਨੂੰ ਚੇਂਜ ਕਰਨਾ ਪੈਣਾ। ਮਿਹਨਤ ਬਹੁਤ ਜ਼ਰੂਰੀ ਹੈ। ਬਾਹਰੀ ਤੌਰ ਤੇ ਮਿਹਨਤ ਨਾਲ ਤਾਂ ਸਭ ਕੁਝ ਮਿਲਦਾ ਹੈ, ਅੰਦਰ ਵੀ ਕਰੋ, ਅੰਦਰ ਵੀ ਕਰਨੀ ਜ਼ਰੂਰੀ। ਫਿਰ ਜਦੋਂ ਮਿਹਨਤ ਕਰਦੇ ਹਾਂ ਆਪਾਂ, ਫਿਰ ਹੁੰਦੀ ਹੈ ਸਤਿਗੁਰੂ ਦੀ ਰਹਿਮਤ, ਸਤਿਗੁਰੂ ਦੀ ਕਿਰਪਾ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਮੁਤਾਬਕ ਸਭ ਤੋਂ ਪਹਿਲੀ ਕਿਰਪਾ ਹੈ ਇਨਸਾਨ ਖੁਦ ਆਪਣੇ ਆਪ ਤੇ ਕਰੇ। ਇਹ ਨੋਟ ਕਰ ਲਿਓ, ਸਭ ਤੋਂ ਪਹਿਲੀ ਕਿਰਪਾ ਇਨਸਾਨ ਖੁਦ ਆਪਣੇ ਆਪ ਤੇ ਕਰੇ। ਦੂਸਰੀ ਕਿਰਪਾ ਫਿਰ ਸਤਿਗੁਰੂ ਕਰਦਾ ਹੈ। ਤੀਸਰੀ ਕਿਰਪਾ ਫਿਰ ਪਰਮੇਸ਼ਰ ਕਰਦਾ ਹੈ। ਜੇ ਅਸੀਂ ਖੁਦ ਹੀ ਤੁਰਨ ਨੂੰ ਤਿਆਰ ਨਹੀਂ ਤੇ ਗੁਰੂ ਬਾਂਹ ਨਹੀਂ ਫੜੇਗਾ। ਤੁਰੋਗੇ ਨਾ,
ਔਰ ਫਿਰ ਸਤਿਗੁਰੂ ਕਿਰਪਾ ਵੀ ਕਰਦਾ ਹੈ। ਇੱਕ ਕਦਮ ਪੁੱਟੋ ਸਿਰਫ ਪਹਿਲਾ, ਫਿਰ ਗੁਰੂ ਨਾਨਕ ਕਿਰਪਾ ਕਰਦੇ ਨੇ, ਫਿਰ ਰੱਬ ਵੀ ਰਹਿਮਤ ਕਰਦਾ ਹੈ। ਨਹੀਂ ਤਾਂ ਵੇਲੜਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਪ੍ਰਵਾਨ ਨਹੀਂ ਜੇ ਕੀਤਾ, ਮਖਟੂਆਂ ਨੂੰ ਗੁਰੂ ਨਾਨਕ ਸਾਹਿਬ ਨੇ ਵੀ ਪ੍ਰਵਾਨ ਨਹੀਂ ਕੀਤਾ, ਭਾਵੇਂ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੀ ਕਿਉਂ ਨਾ ਖਵਾਉਂਦਾ ਹੋਵੇ। ਜਦੋਂ ਅਸੀਂ ਮਿਹਨਤ ਕੀਤੀ ਫਿਰ ਅਸੀਂ ਪਹੁੰਚੇ ਬਖਸ਼ਿਸ਼ ਵਾਲੀ ਅਵਸਥਾ ਵਿੱਚ, ਜਦੋਂ ਰੱਬ ਦੀ ਰਹਿਮਤ ਹੁੰਦੀ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਰਮ ਖੰਡ ਕੀ ਬਾਣੀ ਜ਼ੋਰ, ਭਾਵ ਜਿਹੜੀ ਕਰਮ ਖੰਡ ਹੈ, ਬਖਸ਼ਿਸ਼ ਵਾਲੀ ਅਵਸਥਾ ਹੈ, ਇਹਦੀ ਬਨਾਵਟ ਜ਼ੋਰ ਨਾਲ ਬਣਦੀ ਹੈ, ਭਾਵ ਕਿ ਇਹਦੇ ਵਿੱਚ ਬਲ ਚਾਹੀਦਾ ਹੈ, ਇਹਦੇ ਵਿੱਚ ਇਨਸਾਨ ਬਲਵਾਨ ਹੋ ਜਾਂਦਾ ਹੈ, ਇਨਸਾਨ ਤਾਕਤਵਰ ਹੋ ਜਾਂਦਾ ਹੈ। ਪਰਮਾਤਮਾ ਦੀ ਇੰਨੀ ਕੁ ਰਹਿਮਤ ਇਨਸਾਨ ਦੇ ਉੱਤੇ ਹੁੰਦੀ ਹੈ ਕਿ ਇਨਸਾਨ ਰੱਬੀ ਤਾਕਤ ਦੇ ਦੁਆਰਾ ਆਪਣੇ ਜੀਵਨ ਦੀ ਘਾੜਤ ਘੜਨੀ ਸ਼ੁਰੂ ਕਰ ਦਿੰਦਾ ਹੈ। ਫਿਰ ਪਰਮਾਤਮਾ ਵੀ ਰਹਿਮਤ ਕਰਦਾ ਹੈ ਨਾ, ਉਹਦੇ ਨਾਲ ਖੜਾ ਹੋ ਜਾਂਦਾ ਹੈ। ਰੱਬ ਵੀ ਕਿਰਪਾ ਕਰਦਾ ਹੈ, ਫਿਰ ਉਹਦੇ ਨਾਲ ਖੜਾ ਹੋ ਜਾਂਦਾ ਹੈ। ਫਿਰ ਉਹ ਇਨਸਾਨ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਅੱਗੇ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ, ਤਿੱਥੈ ਹੋਰ ਨਾ ਕੋਈ ਹੋਰ। ਇੰਨਾ ਕੁ ਬਲ, ਇੰਨੀ ਕੁ ਤਾਕਤ ਇਨਸਾਨ ਦੇ ਅੰਦਰ ਆ ਜਾਂਦੀ ਹੈ ਇਹ ਕਰਮਖੰਡ ਅਵਸਥਾ ਦੇ ਵਿੱਚ, ਕਿ ਇਸ ਅਵਸਥਾ ਵਿੱਚ ਇਨਸਾਨ ਨੂੰ ਕੋਈ ਹੋਰ ਦਿਸਦਾ ਹੀ ਨਹੀਂ ਹੈ, ਸਿਵਾਏ ਇੱਕ ਪਰਮਾਤਮਾ ਤੋਂ ਕੋਈ ਹੋਰ ਦੂਸਰਾ ਦਿਸਦਾ ਹੀ ਨਹੀਂ। ਦੇਖੋ, ਤਾਕਤ ਚਾਹੀਦੀ ਹੈ ਆਪਣੇ ਅੰਦਰ ਨੂੰ ਸੁਧਾਰਨ ਦੇ ਲਈ। ਭਾਈ ਕਨ੍ਹਈਆ ਜੀ ਇੱਕ ਜੰਗ ਦੇ ਵਿੱਚ ਨੇ, ਜਿੱਥੇ ਸਿੱਖਾਂ ਅਤੇ ਮੁਗਲਾਂ ਦੀ ਜੰਗ ਹੋ ਰਹੀ ਹੈ। ਭਾਈ ਕਨ੍ਹਈਆ ਜੀ ਵੀ ਮੈਦਾਨੇ ਜੰਗ ਵਿੱਚ ਚਲੇ ਜਾਂਦੇ ਨੇ, ਲੇਕਿਨ ਉਹਨਾਂ ਦੇ ਕੋਲ ਪਾਣੀ ਨਾਲ ਭਰੀ ਹੋਈ ਇੱਕ ਮਸ਼ਕ ਹੈ। ਤੇ ਭਾਈ ਕਨ੍ਹਈਆ ਕੀ ਕਰਦਾ ਹੈ, ਆਪਣੀ ਮਸ਼ਕ ਦੇ ਵਿੱਚੋਂ ਪਾਣੀ ਕੱਢਦਾ ਹੈ, ਤੇ ਉਹ ਭਾਵੇਂ ਸਿੱਖ ਹੋਵੇ ਚਾਹੇ ਕੋਈ ਦੂਸਰਾ ਹੋਵੇ, ਸਭਨਾਂ ਨੂੰ ਪਾਣੀ ਪਿਲਾਈ ਜਾਂਦਾ ਹੈ। ਭਾਈ ਕਨ੍ਹਈਆ ਜੀ ਦੀ ਸ਼ਿਕਾਇਤ ਕੁਝ ਲੋਕਾਂ ਨੇ ਲਾਈ, ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੱਲ ਪਹੁੰਚੀ, ਸਤਿਗੁਰੂ ਨੇ ਬੁਲਾਇਆ ਤੇ ਭਾਈ ਕਨ੍ਹਈਆ ਨੇ ਕਿਹਾ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਤੁਹਾਡਾ ਹੀ ਸੰਦੇਸ਼ ਹੈ। ਇਹ ਆਪਣੀ ਜੰਗ ਕਰੀ ਜਾਣ, ਲੇਕਿਨ ਮੈਨੂੰ ਲੱਗਦਾ ਮੇਰੀ ਡਿਊਟੀ ਇਹ ਹੈ ਕਿ ਮੈਂ ਸਭਨਾਂ ਨੂੰ ਇੱਕ ਸਮਾਨ ਦੇਖ ਕੇ ਤੇ ਜਲ ਛਕਾਵਾਂ। ਤੇ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਸੀ, ਕਨ੍ਹਈਆ ਪਾਣੀ ਪਿਲਾਉਂਦਿਆਂ ਮਲਮ ਪੱਟੀ ਦੀ ਵੀ ਲੋੜ ਪਵੇ ਤਾਂ ਉਹ ਵੀ ਨਾਲ ਰੱਖਿਆ ਕਰ। ਦੇਖੋ, ਇੱਥੇ ਹੈ ਉਹ ਅਵਸਥਾ ਜਦੋਂ ਸਤਿਗੁਰੂ ਨੇ ਕਿਰਪਾ ਕੀਤੀ ਕਿ ਸਾਨੂੰ ਕੇਵਲ ਆਪਣੇ ਅੰਦਰ ਇੱਕ ਪਰਮਾਤਮਾ ਹੀ ਦਿਖਿਆ, ਬਾਹਰ ਵੀ ਪਰਮਾਤਮਾ ਹੀ ਦਿਖਿਆ। ਗੁਰੂ ਅਮਰਦਾਸ ਸਾਹਿਬ ਨੇ ਕਹਿਣਾ ਹੈ, ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰ ਨਹੀਂ ਆਇਆ। ਨੰਬਰ 2, ਫਿਰ ਇਸ ਅਵਸਥਾ ਦੇ ਵਿੱਚ ਇਨਸਾਨ ਦੇ ਅੰਦਰ ਜਿਹੜੇ ਨੇ ਵਿਸ਼ੇ ਵਿਕਾਰ ਉਹ ਬਿਲਕੁਲ ਖਤਮ ਹੋ ਜਾਂਦੇ ਨੇ ਤੇ ਬਿਲਕੁਲ ਇਨਸਾਨ ਦੇ ਅੰਦਰ ਟਿਕਾਊ ਆ ਜਾਂਦਾ ਹੈ। ਹੁਣ ਆਪ ਜੀ ਸਮਝ ਤਾਂ ਗਏ ਹੋਗੇ ਕਿ ਰਹਿਮਤ ਦੀ ਜਿਹੜੀ ਅਵਸਥਾ ਹੈ, ਇਹਦੇ ਵਿੱਚ ਤਾਕਤ ਵਾਲਾ ਇਨਸਾਨ ਕੰਮ ਕਰਦਾ ਹੈ। ਤਾਕਤ ਹੁੰਦੀ ਬੰਦੇ ਅੰਦਰ, ਤੇ ਤਾਕਤ ਦੇ ਨਾਲ ਉਹ ਆਪਣੇ ਜੀਵਨ ਦੀ ਬਣਾਵਟ ਘੜਦਾ ਹੈ, ਆਪਣੇ ਜੀਵਨ ਨੂੰ ਵਧੀਆ ਬਣਾਉਂਦਾ ਹੈ। ਤੇ ਤਾਕਤ ਹੀ ਅੰਦਰ ਦੀ ਜਿਹੜੀ ਤਾਕਤ ਹੈ, ਭਾਵ ਉਹ ਤਾਕਤ ਜਿਹੜੀ ਪਰਮੇਸ਼ਰ ਦਿੰਦਾ ਹੈ, ਵਾਹਿਗੁਰੂ ਦਿੰਦਾ ਹੈ, ਤਰਸ ਪਿਆ ਮੇ ਰਹਿਮਤ ਹੋਈ ਵਾਲੀ ਤਾਕਤ। ਉਹ ਤਾਕਤ ਦੇ ਨਾਲ ਫਿਰ ਇਨਸਾਨ ਆਪਣੇ ਅੰਦਰ ਜਿਹੜੀ ਦਵੈਸ਼ ਭਾਵਨਾ ਖਤਮ ਕਰਦਾ ਹੈ, ਮੇਰ ਤੇਰ ਖਤਮ ਕਰਦਾ ਹੈ, ਦੁਬਦਾ ਖਤਮ ਕਰਦਾ ਹੈ, ਦੁਸ਼ਮਣੀ ਖਤਮ ਕਰਦਾ ਹੈ, ਵੈਰ ਵਿਰੋਧ ਭਾਵਨਾ ਖਤਮ ਕਰਦਾ ਹੈ, ਸਭਨਾਂ ਨੂੰ ਇੱਕ ਪਰਮੇਸ਼ਰ ਦਾ ਰੂਪ ਜਾਣਦਾ ਹੈ। ਫੇਰ ਕੀ ਹੁੰਦਾ ਹੈ, ਸਤਿਗੁਰੂ ਕਹਿੰਦੇ ਨੇ ਤਿੱਥੈ ਜੋਧ ਮਹਾਬਲ ਸੂਰ। ਹੁਣ ਇਹ ਅਵਸਥਾ ਜਿਹੜੀ ਹੈ ਯੋਧਿਆਂ, ਮਹਾਬਲੀਆਂ ਦੀ ਤੇ ਸੂਰਮਿਆਂ ਦੀ ਹੈ। ਸਮਝਿਓ, ਸਤਿਗੁਰੂ ਦੀ ਇੱਕ ਪਾਵਨ ਬਾਣੀ ਦਾ ਬਚਨ ਹੈ ਜਿੱਥੇ ਸਤਿਗੁਰੂ ਕਹਿੰਦੇ ਨੇ ਕਿ ਇਸ ਸੰਸਾਰ ਵਿੱਚ, ਇਸ ਕਾਇਨਾਤ ਵਿੱਚ ਜਿਹੜਾ ਇਨਸਾਨ ਪਰਮਾਤਮਾ ਨੂੰ ਯਾਦ ਕਰਦਾ ਹੈ ਨਾ, ਉਹਦੇ ਤੋਂ ਵੱਡਾ ਸੂਰਮਾ ਮੈਨੂੰ ਇਸ ਕਾਇਨਾਤ ਵਿੱਚ, ਇਸ ਦੁਨੀਆ ਵਿੱਚ ਕਿਤੇ ਦਿਸਦਾ ਨਹੀਂ ਹੈ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਸੂਰਮਾ ਹੀ ਹੈ ਨਾ ਉਹ, ਜਿਹਨੂੰ ਪ੍ਰਮਾਤਮਾ ਦਾ ਪ੍ਰੇਮ ਪੈਦਾ ਹੋ ਗਿਆ, ਜਿਹਦੇ ਅੰਦਰ ਰੰਗ ਲੱਗ ਗਿਆ ਰੱਬੀ ਪਿਆਰ ਦਾ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਉਹ ਕੀ ਕਰਦਾ ਹੈ, ਆਤਮ ਜਿਣੈ, ਆਪਣੇ ਆਤਮ ਨੂੰ ਭਾਵ ਆਪਣੇ ਅੰਦਰ ਨੂੰ ਜਾਣ ਲੈਂਦਾ ਹੈ ਤੇ ਪੂਰੇ ਸਤਿਗੁਰੂ ਦੀ ਡਾਇਰੈਕਸ਼ਨ ਦੇ ਮੁਤਾਬਕ ਪੂਰੇ ਜ਼ੋਰ ਨਾਲ ਕੰਮ ਕਰਦਾ ਹੈ, ਆਪਣੇ ਅੰਦਰ ਦੀ ਤਾਕਤ ਨਾਲ ਕੰਮ ਕਰਦਾ ਹੈ। ਭਾਵ ਕਿ ਇਸ ਅਵਸਥਾ ਵਿੱਚ ਇਨਸਾਨ ਯੋਧਿਆਂ ਵਰਗਾ ਜੀਵਨ ਬਣਾ ਲੈਂਦਾ ਹੈ, ਮਹਾਬਲੀਆਂ ਵਰਗਾ, ਸੂਰਮਿਆਂ ਵਰਗਾ। ਮਤਲਬ ਹੈ ਕਿ ਇਨਸਾਨ ਆਪਣੇ ਉੱਤੇ ਕਿਸੇ ਹੋਰ ਨੂੰ ਗੁਰੂ ਤੋਂ ਇਲਾਵਾ ਹੈਵੀ ਨਹੀਂ ਹੋਣ ਦਿੰਦਾ। ਫਿਰ ਅਗਲੀ ਗੱਲ ਜਿਹੜੀ ਕਮਾਲ ਦੀ ਹੈ, ਨਾ ਡਰਦਾ ਹੈ ਨਾ ਡਰਾਉਂਦਾ ਹੈ। ਉਹਦਾ ਜੀਵਨ ਪਾਕ ਪਵਿੱਤਰ ਹੋ ਜਾਂਦਾ ਹੈ, ਨਾ ਜ਼ੁਲਮ ਕਰਦਾ ਹੈ ਨਾ ਜ਼ੁਲਮ ਸਹਿੰਦਾ ਹੈ।
ਉਹਦਾ ਜੀਵਨ ਇੰਨਾ ਕੁ ਮਹਾਂਬਲੀ ਹੋ ਜਾਂਦਾ ਕਿ ਸੱਚ ਬੋਲਣ ਤੋਂ ਕਦੇ ਪਛਾਣ ਨਹੀਂ ਹਟਦਾ, ਭਾਵੇਂ ਉਹਦਾ ਸਿਰ ਹੀ ਕਿਉਂ ਨਾ ਵੱਢਿਆ ਜਾਵੇ। ਇਹ ਇੱਕ ਐਸੀ ਸ਼ਾਨ ਨਾਲ ਜ਼ਿੰਦਗੀ ਜਿਉਂਦਾ। ਉਹ ਕਹਿੰਦਾ ਜੇ ਸ਼ਾਨ ਨਹੀਂ ਤੇ ਜ਼ਿੰਦਗੀ ਨੂੰ ਕੀ ਕਰਨਾ। ਉਹ ਆਰੇ ਨਾਲ ਵੀ ਚਰਾ ਲੈਂਦਾ ਆਪਣਾ ਆਪ, ਉਹ ਬੰਦ ਵੀ ਕਟਵਾ ਲੈਂਦਾ, ਉਹ 18 ਸ਼ੇਰ ਦਾ ਖੰਡਾ ਚੁੱਕ ਕੇ 80-82 ਸਾਲ ਦੀ ਉਮਰ 'ਚ ਵੀ ਲੜਦਾ ਹੈ। ਉਹ ਭਾਈ ਤਾਰੂ ਸਿੰਘ ਬਣ ਕੇ ਖੋਪੜੀ ਵੀ ਰੁਹਾ ਲੈਂਦਾ ਹੈ। ਉਹ ਵੱਡੇ ਘੱਲੂ ਘਾਰੇ ਵਿੱਚ 40-45 ਹਜ਼ਾਰ ਸਿੰਘ ਸਿੰਘਣੀਆਂ ਦੇ ਰੂਪ 'ਚ ਸ਼ਹੀਦ ਵੀ ਹੋ ਜਾਂਦਾ ਹੈ। ਜੇ ਜਿਉਣਾ ਤੇ ਅਣਖ ਨਾਲ ਜੀਓ, ਜੇ ਮਰਨਾ ਤੇ ਸ਼ਾਨ ਨਾਲ ਮਰੋ। ਕਿਉਂਕਿ ਜਿਨ੍ਹਾਂ ਦੇ ਅੰਦਰ ਅਣਖ ਤੇ ਸ਼ਾਨ ਖਤਮ ਹੋ ਜਾਂਦੀ ਹੈ, ਉਹ ਤਾਂ ਜਿਉਂਦੇ ਹੀ ਮੁਰਦੇ ਹੁੰਦੇ ਨੇ। ਉਹਨਾਂ ਦਾ ਜੀਵਨ ਕਾਹਦਾ ਹੁੰਦਾ ਹੈ? ਜਿਹੜੇ ਲੋਕ ਪੱਗਾਂ ਲੁਹਾ ਕੇ ਜਿਉਣ, ਦਾੜੀ ਪਟਾ ਕੇ ਜਿਉਣ, ਲੱਖ ਲਾਹਨਤ ਹੈ ਉਹਨਾਂ ਦੇ। ਉਹ ਯੋਧਾ ਬਣ ਜਾਂਦਾ ਹੈ, ਮਾਂ ਬੜੀ ਸੂਰਮਾ ਬਣ ਜਾਂਦਾ। ਉਹ ਕਹਿੰਦਾ ਮਰ ਜਾਵਾਂਗਾ ਲੇਕਿਨ ਮੈਂ ਸੱਚ ਬੋਲਣ ਤੋਂ ਪਛਾਣ ਨਹੀਂ ਹਟਣਾ, ਤੇ ਸੂਰਮਾ ਬਣ ਜਾਂਦਾ ਹੈ। ਉਹਦਾ ਜੀਵਨ ਜਿਹੜਾ ਇਦਾਂ ਦਾ ਪਾਕ ਪਵਿੱਤਰ ਹੋ ਜਾਂਦਾ ਹੈ। ਹੁਣ ਖੁਦ ਵਿਚਾਰੋ ਜਪਜੀ ਸਾਹਿਬ ਪੜ੍ਹਨ ਵਾਲਿਓ, ਆਪਾਂ ਸੱਚ ਨਾਲ ਕਿੰਨਾ ਕੁ ਤੁਰਦੇ ਹਾਂ? ਕਿਤੇ ਜਦੋਂ ਸੱਚ ਦੀ ਗੱਲ ਹੁੰਦੀ ਹੈ ਕਿੰਨਾ ਕੁ ਆਪਾਂ ਸਾਥ ਦਿੰਦੇ ਹਾਂ? ਜੇ ਜਪਜੀ ਸਾਹਿਬ ਪੜ੍ਹਦੇ ਹੋ ਤੇ ਜੀਵਨ ਦੇ ਵਿੱਚ ਇਸ ਚੀਜ਼ ਨੂੰ ਲਿਆਓ। ਮਹਾਬਲੀ ਯੋਧੇ ਬਣੋ, ਅੰਦਰੋਂ ਵੀ ਤੇ ਬਾਹਰੋਂ ਵੀ। ਆਪਣਾ ਜੀਵਨ ਪਵਿੱਤਰ ਬਣਾਓ, ਭਾਵ ਕਿ ਜਿੱਥੇ ਸਰਕਾਰਾਂ ਗਲਤ ਨੇ ਵਿਰੋਧ ਕਰੋ, ਜਿੱਥੇ ਤੁਹਾਡੇ ਨਾਲ ਕੋਈ ਗਲਤ ਕਰਦਾ ਹੈ ਵਿਰੋਧ ਕਰੋ, ਜਿੱਥੇ ਕੋਈ ਗੁਰਬਾਣੀ ਨਾਲ ਧੱਕਾ ਕਰ ਰਿਹਾ ਵਿਰੋਧ ਕਰੋ, ਜਿੱਥੇ ਕੋਈ ਸਿੱਖ ਕੌਮ ਨਾਲ ਗਦਾਰੀ ਕਰ ਰਿਹਾ ਉੱਥੇ ਵੀ ਵਿਰੋਧ ਕਰੋ। ਮਹਾਬਲੀ ਬਣ ਜਾਓ, ਯੋਧੇ ਬਣ ਜਾਓ, ਸੂਰਮੇ ਬਣ ਜਾਓ, ਅੰਦਰੋਂ ਵੀ ਤੇ ਬਾਹਰੋਂ ਵੀ। ਅੱਗੇ ਸਤਿਗੁਰੂ ਕਹਿੰਦੇ ਤਿਨ ਮੈਂ ਰਾਮ ਰਹਿਆ ਭਰਪੂਰ, ਨੱਕਾ ਨੱਕ ਭਰਪੂਰ, ਨੱਕਾ ਨੱਕ ਉਹਨਾਂ ਦੇ ਅੰਦਰ ਰੱਬ ਹੀ ਰੱਬ ਹੁੰਦਾ। ਕੇਵਲ ਤੇ ਕੇਵਲ ਉਹ ਉੱਠਦੇ ਨੇ, ਬਹਿੰਦੇ ਨੇ, ਸੌਂਦੇ ਨੇ, ਜਾਗਦੇ ਨੇ ਤੇ ਉਹਨਾਂ ਨੂੰ ਪ੍ਰਮਾਤਮਾ ਹੀ ਦਿਸਦਾ ਹੈ। ਅੰਦਰੋਂ ਤੇ ਬਾਹਰੋਂ ਰੱਬ ਨਾਲ ਇਕਮਿਕਤਾ ਉਹਨਾਂ ਦੀ ਹੋ ਜਾਂਦੀ ਹੈ। ਉਹਨਾਂ ਦੇ ਅੰਦਰ ਨੱਕਾ ਨੱਕ ਰਾਮ ਭਰਪੂਰ ਰਹਿੰਦਾ, ਰਾਮ ਵਸਿਆ ਰਹਿੰਦਾ। ਕਿਹੜਾ ਰਾਮ ਭਲਾ? ਇਸ ਜਪਜੀ ਸਾਹਿਬ ਦੀ ਪੌੜੀ ਦੀ ਕਨਫਿਊਜ਼ਨ ਵੀ ਹੈ। ਬਹੁਤ ਸਾਰੇ ਜਿਹੜੇ ਸਨਾਤਨ ਮਤ ਨਾਲ ਸਹਿਮਤ ਲੋਕ ਨੇ, ਬ੍ਰਾਹਮਣੀ ਸੋਚ ਨਾਲ ਜਿਹੜੇ ਨੱਕਾ ਨੱਕ ਭਰੇ ਹੋਏ ਨੇ, ਉਹ ਇੱਥੇ ਰਾਮ ਸ਼ਬਦ ਨੂੰ ਚੱਕ ਕੇ ਰਾਮ ਚੰਦਰ ਨਾਲ ਜੋੜਦੇ ਨੇ, ਜਿਹੜਾ ਦਸ਼ਰਥ ਦਾ ਪੁੱਤਰ ਹੈ, ਜਿਹਨੂੰ ਹਿੰਦੂ ਧਰਮ ਦੇ ਵਿੱਚ ਭਗਵਾਨ ਰਾਮ ਕਿਹਾ ਜਾਂਦਾ ਹੈ। ਲੇਕਿਨ ਇੱਥੇ ਉਹ ਰਾਮ ਨਹੀਂ ਹੈ। ਇੱਥੇ ਅਰਥ ਹੈ ਕਿ ਉਹਨਾਂ ਦੇ ਰੋਮ ਰੋਮ ਦੇ ਵਿੱਚ ਕੇਵਲ ਅਕਾਲ ਪੁਰਖ ਵਸ ਜਾਂਦਾ ਹੈ, ਕੇਵਲ ਅਕਾਲ ਪੁਰਖ ਵਾਹਿਗੁਰੂ। ਤੇ ਤੈ ਸੀਤੋ ਸੀਤਾ ਮਹਿਮਾ ਮਾਹੇ। ਹੁਣ ਕਨਫਿਊਜ਼ਨ ਕਿੱਦਾਂ ਬਣੀ? ਕਿਉਂਕਿ ਪਹਿਲੀ ਪੰਕਤੀ 'ਚ ਰਾਮ ਆ ਗਿਆ, ਦੂਸਰੀ ਪੰਕਤੀ 'ਚ ਸੀਤੋ ਆ ਗਿਆ, ਲੇਕਿਨ ਉਹਦਾ ਨਾਮ ਸੀਤੋ ਨਹੀਂ ਹੈ, ਉਹਦਾ ਨਾਮ ਸੀਤਾ ਹੈ। ਲੇਕਿਨ ਸਤਿਗੁਰੂ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਸੀਤੋ ਸੀਤਾ, ਕਿ ਜਦੋਂ ਉਹਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਰੋਮ ਰੋਮ ਵਿੱਚ ਵਸ ਜਾਂਦਾ ਨਾ, ਤਾਂ ਫਿਰ ਕੀ ਹੁੰਦਾ ਹੈ ਕਿ ਸੀਤੋ ਸੀਤਾ ਮਹਿਮਾ ਮਾਹੇ, ਉਹਨਾਂ ਦਾ ਜਿਹੜਾ ਮਨ ਹੈ ਰੱਬ ਦੀ ਮਹਿਮਾ ਵਿੱਚ, ਰੱਬ ਦੀ ਵਡਿਆਈ ਵਿੱਚ ਸੀਤਾ ਜਾਂਦਾ। ਸਮਝਿਓ, ਪਰਮਾਤਮਾ ਦੀ ਵਡਿਆਈ ਦੇ ਵਿੱਚ ਉਹਨਾਂ ਦਾ ਮਨ ਜਿਹੜਾ ਪ੍ਰੋਪਰ ਤੌਰ ਤੇ ਸੀਤਾ ਜਾਂਦਾ ਹੈ, ਭਾਵ ਕਿ ਪਰੋਤੇ ਜਾਂਦੇ ਨੇ ਰੱਬ ਦੀ ਰਹਿਮਤ ਵਿੱਚ, ਮਹਿਮਾ ਦੇ ਵਿੱਚ। ਹੁਣ ਇੱਥੇ ਮੈਂ ਥੋੜਾ ਜਿਹਾ ਰੁਕ ਕੇ ਅਗਾਂਹ ਜਾਵਾਂ। ਦੇਖੋ, ਹਰ ਧਰਮ ਦੀ ਇੱਕ ਆਪਣੀ ਮਹਿਮਾ ਹੈ, ਕੋਈ ਸ਼ੱਕ ਨਹੀਂ ਹੈ। ਪਰ ਜਦੋਂ ਕੋਈ ਐਂਟਰ ਹੋਏਗਾ, ਸਾਡੇ ਘਰ ਦੇ ਵਿੱਚ ਦਖਲ ਅੰਦਾਜ਼ੀ ਕਰੇਗਾ, ਫਿਰ ਤਾਂ ਬੋਲਣਾ ਬਣੇਗਾ ਹੀ। ਜੇ ਗਵਾਂਢੀ ਆਪਣੇ ਘਰ ਦੇ ਵਿੱਚ ਸ਼ਾਂਤ ਰਹਿਣ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਆਪਣੇ ਘਰ 'ਚ ਖੁਸ਼ ਰਹਿਣ, ਸਾਨੂੰ ਕੋਈ ਪ੍ਰੋਬਲਮ ਨਹੀਂ। ਤੇ ਜੇ ਗਵਾਂਢੀ ਸਾਡੇ ਘਰ ਦੇ ਵਿੱਚ ਆ ਕੇ ਪ੍ਰੋਬਲਮ ਕ੍ਰੀਏਟ ਕਰਨ, ਸਾਡੇ ਘਰ ਵਿੱਚ ਆ ਕੇ ਦਖਲ ਅੰਦਾਜ਼ੀ ਕਰਨ, ਫਿਰ ਤਾਂ ਬੋਲਣਾ ਪਏਗਾ, ਫਿਰ ਤਾਂ ਗੱਲ ਕਰਨੀ ਪਏਗੀ। ਪ੍ਰੋਬਲਮ ਇੱਥੇ ਹੀ ਹੈ ਕਿ ਉਹ ਗਵਾਂਢੀ ਨੇ ਤੇ ਸਾਡੇ ਘਰ ਵਿੱਚ ਆ ਕੇ ਦਖਲ ਅੰਦਾਜ਼ੀ ਕਰਦੇ ਨੇ। ਇੱਥੇ ਸੀਤਾ ਨਹੀਂ ਹੈ ਅਰਥ, ਭਾਵ ਕਿ ਪ੍ਰੋਪਰ ਤੌਰ ਤੇ ਪ੍ਰਮਾਤਮਾ ਵਿੱਚ ਇੱਕਮਿਕ ਇੰਨੇ ਕੁ ਹੋ ਜਾਂਦੇ ਨੇ ਕਿ ਉਹਨਾਂ ਦਾ ਅੰਦਰੋਂ ਤੇ ਬਾਹਰੋਂ ਜੀਵਨ ਜਿਹੜਾ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਲਈ ਹੀ ਜਿਉਂਦਾ ਜਾਗਦਾ ਹੈ। ਉਹ ਅੰਦਰੋਂ ਤੇ ਬਾਹਰੋਂ ਰੱਬ ਦੇ ਹੀ ਹੋ ਜਾਂਦੇ ਨੇ, ਪ੍ਰਮਾਤਮਾ ਦੇ ਹੀ ਹੋ ਜਾਂਦੇ ਨੇ। ਉਹ ਕਿਸੇ ਹੋਰ ਅਵਤਾਰ ਦੀ ਪੂਜਾ, ਦੇਵੀ ਦੇਵਤੇ ਦੀ ਪੂਜਾ, ਮੜੀਆਂ ਮਸਾਣਾਂ ਦੀ ਪੂਜਾ ਜਾਂ ਆਸੇ-ਪਾਸੇ ਨਹੀਂ ਜਾਂਦੇ। ਅੰਦਰੋਂ ਬਾਹਰੋਂ ਪ੍ਰਮਾਤਮਾ ਨਾਲ ਉਹਨਾਂ ਦਾ ਇੰਨਾ ਕੁ ਪਿਆਰ ਬਣ ਜਾਂਦਾ ਹੈ ਕਿ ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਪ੍ਰਮਾਤਮਾ ਦੀ ਵਡਿਆਈ ਤੋਂ ਇਲਾਵਾ ਹੋਰ ਕੋਈ ਦਿਸਦਾ ਹੀ ਨਹੀਂ ਹੈ। ਤਾਂ ਕਿ ਰੂਪ ਨਾ ਕਥਨੇ ਜਾਹੇ। ਹੁਣ ਸਤਿਗੁਰੂ ਕਹਿੰਦੇ ਜਿਹੜੀ ਉਹਨਾਂ ਦੀ ਸੁੰਦਰਤਾ ਬਣ ਜਾਂਦੀ ਹੈ, ਭਾਵ ਜਿਹੜਾ ਉਹਨਾਂ ਦਾ ਜੀਵਨ ਜਿਉਣ ਦਾ ਲੈਵਲ ਹੋ ਜਾਂਦਾ ਹੈ, ਇੰਨਾ ਕੁ ਉੱਚਾ ਸੁੱਚਾ ਹੋ ਜਾਂਦਾ ਹੈ ਕਿ ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਨਾ ਉਹ ਮਰੇ ਨਾ ਠਾਗੇ ਜਾਹੇ, ਨਾ ਉਹ ਆਤਮਕ ਮੌਤ ਵਿਕਾਰਾਂ ਹੱਥੋਂ ਮਰਦੇ ਨੇ, ਭਾਵ ਕਿ ਬੁਰਾਈਆਂ ਨਾ ਤਾਂ ਉਹਨਾਂ ਉੱਤੇ ਹੈਵੀ ਹੁੰਦੀਆਂ ਨੇ ਤੇ ਨਾ ਉਹਨਾਂ ਨੂੰ ਮਾਇਆ ਠੱਗਦੀ ਹੈ, ਭਾਵ ਕਿ ਨਾ ਉਹ ਠੱਗੇ ਜਾਂਦੇ ਨੇ। ਨਾ ਬੁਰਾਈਆਂ ਦੇ ਹੱਥੋਂ ਮਰਦੇ ਨੇ ਤੇ ਨਾ ਉਹ ਕਿਸੇ ਇਨਸਾਨ ਦੇ ਹੱਥੀਂ ਚੜ੍ਹ ਕੇ ਠੱਗੇ ਜਾਂਦੇ ਨੇ,
ਭਾਵ ਕਿ ਬੁਰਾਈਆਂ ਤੋਂ, ਵਿਕਾਰਾਂ ਤੋਂ ਤੇ ਮਾੜੀਆਂ ਕੰਮਾਂ ਤੋਂ ਉਹਨਾਂ ਨੂੰ ਵਾਹਿਗੁਰੂ ਹੀ ਗਰੇਜ ਦੇ ਦਿੰਦਾ ਹੈ। ਪਿਛਾਂਹ ਹਟ ਜਾਂਦੇ ਨੇ, ਉਹਨਾਂ ਦੀ ਅੱਖ ਖੁੱਲ ਜਾਂਦੀ ਹੈ, ਉਹਨਾਂ ਨੂੰ ਸੱਚ ਦਾ ਪਤਾ ਲੱਗ ਜਾਂਦਾ ਹੈ। ਕਿਹਨਾਂ ਨੂੰ? ਜਿਨ ਕੈ ਜਿਨ੍ਹਾਂ ਦੇ ਹਿਰਦੇ 'ਚ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਵਿੱਚ, ਜਿਨ੍ਹਾਂ ਦੇ ਮਨ ਵਿੱਚ ਰਾਮ ਵਸ ਜਾਂਦਾ ਹੈ, ਭਾਵ ਅਕਾਲ ਪੁਰਖ ਪ੍ਰਮਾਤਮਾ ਵਸ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਘਰ ਕਰ ਜਾਂਦਾ ਹੈ। ਇੱਥੇ ਫਿਰ ਮੈਂ ਕਹਿ ਦੇਵਾਂ, ਰਾਮ ਚੰਦਰ ਨਹੀਂ ਹੈ, ਦਸ਼ਰਥ ਦੇ ਪੁੱਤਰ ਦੀ ਗੱਲ ਨਹੀਂ, ਉਹ ਅਵਤਾਰਾਂ ਵਿੱਚ ਆਉਂਦੇ ਨੇ ਤੇ 10 ਅਵਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਧੂਤਾ। ਗੁਰਬਾਣੀ ਨੇ ਉਹਨਾਂ ਨੂੰ ਨਹੀਂ ਮੰਨਿਆ, ਭਗਵਾਨ ਰੱਬ ਨਹੀਂ ਮੰਨਿਆ। ਜਿਹੜੇ ਮੰਨਦੇ ਨੇ ਜੀ ਸਦਕੇ, ਪਰ ਗੁਰਬਾਣੀ ਨਹੀਂ ਮੰਨਦੀ। ਤੇ ਜੇ ਧੱਕੇ ਨਾਲ ਗੁਰਬਾਣੀ ਦੇ ਗਲਤ ਅਰਥ ਕਰੋਗੇ ਤੇ ਯਾਦ ਰੱਖਿਓ, ਗੁਰੂ ਨਾਨਕ ਦੇ ਘਰੋਂ ਲਾਹਣਤਾਂ ਪੈਣਗੀਆਂ, ਲਾਹਣਤਾਂ। ਇਹ ਯਾਦ ਰੱਖਿਓ। ਸਤਿਗੁਰ ਕਹਿੰਦੇ ਤਿੱਥੈ ਭਗਤ ਵਸੇ ਕੇ ਲੋ। ਇਹ ਜਿਹੜੀ ਅਵਸਥਾ ਹੈ, ਇਹ ਕਿਸੇ ਇੱਕ ਭਵਨ ਦੀ ਨਹੀਂ ਹੈ, ਕਿਸੇ ਇੱਕ ਲੋਕ ਦੀ ਨਹੀਂ ਹੈ, ਕਿਸੇ ਇੱਕ ਖਾਸ ਖਿੱਤੇ ਦੀ ਨਹੀਂ, ਕਿਸੇ ਇੱਕ ਖਾਸ ਧਰਮ ਦੀ ਨਹੀਂ। ਕਈ ਭਵਨਾਂ ਦੇ ਲੋਕ ਇਸ ਅਵਸਥਾ ਦੇ ਧਾਰਨੀ ਨੇ। ਉਹ ਕਿਸੇ ਵੀ ਧਰਮ ਵਿੱਚ ਹੋ ਸਕਦੇ ਨੇ, ਭਾਵੇਂ ਹਿੰਦੂ ਹੀ ਕਿਉਂ ਨਾ ਹੋਣ, ਮੁਸਲਮਾਨ ਹੀ ਕਿਉਂ ਨਾ ਹੋਣ, ਸਿੱਖ ਹੀ ਕਿਉਂ ਨਾ ਹੋਣ। ਜਿਹੜੇ ਇਨਸਾਨ ਦੇ ਅੰਦਰ ਰੱਬੀ ਪਿਆਰ ਪੈਦਾ ਹੋ ਗਿਆ ਨਾ, ਦੇਖੋ ਬਾਬਾ ਰਵਿਦਾਸ ਸਾਹਿਬ, ਭਗਤ ਕਬੀਰ ਜੀ, ਬਾਬਾ ਸਦਨਾ ਜੀ, ਬਾਬਾ ਪੀਪਾ ਜੀ, ਬਾਬਾ ਸੂਰਦਾਸ ਜੀ ਰੱਬ ਨਾਲ ਐਸੇ ਇਕਮਿਕ ਹੋਏ ਕਿ ਉਹ ਜਿਨ੍ਹਾਂ ਦੇ ਘਰਾਂ 'ਚ ਪੈਦਾ ਹੋਏ, ਜਿਸ ਧਰਮ 'ਚ ਪੈਦਾ ਹੋਏ, ਭਾਵੇਂ ਉਹ ਪੁਜਾਰੀਵਾਦ ਨੂੰ ਸਮਰਪਿਤ ਸੀ, ਭਾਵੇਂ ਉਹ ਮੂਰਤੀ ਪੂਜਾ ਨੂੰ ਸਮਰਪਿਤ ਸੀ, ਲੇਕਿਨ ਉਹਨਾਂ ਨੇ ਸਾਖਸ਼ਾਤ ਰੱਬ ਦੀ ਆਰਾਧਨਾ ਕੀਤੀ, ਉਹਨਾਂ ਨੇ ਮੂਰਤੀ ਪੂਜਾ ਨਹੀਂ ਕੀਤੀ। ਸੋ ਇਹ ਜਿਹੜਾ ਦਰਜਾ ਹੈ, ਇਹ ਕਿਸੇ ਵੀ ਧਰਮ ਦੇ ਰੱਬ ਦੇ ਪਿਆਰੇ ਲੈ ਸਕਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿਸੇ ਇਨਸਾਨ ਦਾ ਇਹ ਰਾਖਵਾਂ ਨਹੀਂ ਹੈ। ਜਿਵੇਂ ਮਨੂ ਸਿਮਰਤੀ ਨੇ ਬਣਾਇਆ ਨਾ, ਵੀ ਕੇਵਲ ਤੇ ਕੇਵਲ ਵੇਦ ਬ੍ਰਾਹਮਣ ਹੀ ਉਚਾਰ ਸਕਦਾ ਹੈ, ਬ੍ਰਾਹਮਣ ਹੀ ਸੁਣ ਸਕਦਾ ਹੈ, ਜਿਹੜਾ ਸ਼ੂਦਰ ਹੈ ਉਹਨੂੰ ਕੋਈ ਹੱਕ ਨਹੀਂ ਹੈ। ਆਦਿਕ ਬਹੁਤ ਸਾਰੇ ਲੈਵਲ ਬਣਾਏ ਗਏ ਨੇ। ਗੁਰਬਾਣੀ ਨੇ ਐਸਾ ਨਹੀਂ ਕਿਹਾ। ਤਾਦੀ ਤੇ ਸਤਿਗੁਰੂ ਨੇ ਚਾਰੇ ਦਰਵਾਜ਼ੇ ਖੋਲਦੇ ਨੇ ਵੀ ਜਿਹੜਾ ਮਰਜੀ ਆਵੇ, ਜਿਹੜਾ ਮਰਜੀ ਆਵੇ। ਚੌਂ ਵਰਨਾ ਕੋ ਸਾਂਝਾ ਉਪਦੇਸ਼। ਇੱਥੇ ਅੱਗੇ ਸਤਿਗੁਰੂ ਕਹਿੰਦੇ ਨੇ ਕਰੇ ਆਨੰਦ ਸੱਚਾ ਮਨ ਸੋਏ, ਕਿਉਂਕਿ ਉਹਨਾਂ ਦੇ ਅੰਦਰ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਰਹਿੰਦਾ ਹੈ। ਇਸ ਕਰਕੇ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ, ਹਮੇਸ਼ਾ ਰਹਿੰਦੇ ਨੇ। ਉਹਨਾਂ ਦਾ ਆਨੰਦ ਕਦੇ ਵੀ ਖਤਮ ਨਹੀਂ ਹੁੰਦਾ। ਇੱਥੋਂ ਤੱਕ ਹੈ ਬਖਸ਼ਿਸ਼ ਦੀ ਅਵਸਥਾ। ਜਦੋਂ ਇਨਸਾਨ ਬਖਸ਼ਿਸ਼ ਦੀ ਅਵਸਥਾ ਦੇ ਵਿੱਚ ਕੰਪਲੀਟ ਹੋ ਗਿਆ, ਉਹਦੇ ਤੋਂ ਬਾਅਦ ਫਿਰ ਕਿਰਪਾ ਹੋਈ, ਸਤਿਗੁਰੂ ਨੇ ਬਾਂਹ ਫੜੀ ਤੇ ਸਿੱਖ ਨੂੰ ਸੱਚਖੰਡ ਵਿੱਚ ਲੈ ਆਏ। ਹੁਣ ਸੱਚਖੰਡ ਕੋਈ ਇਮਾਰਤ ਦਾ ਨਾਮ ਨਹੀਂ ਹੈ ਜਿੱਥੇ ਇਨਸਾਨ ਮਰਨ ਤੋਂ ਬਾਅਦ ਜਾਂਦਾ ਹੈ, ਜਾਂ ਜਿਹੜੀ ਬਣਾਈ ਗਈ ਹੈ ਨਕਲੀ ਫੇਕ ਇੱਕ ਤਿਆਰ ਕੀਤੀ ਗਈ। ਮਰਨ ਤੋਂ ਬਾਅਦ ਕੋਈ ਸੱਚਖੰਡ ਨਹੀਂ ਜੇ, ਇਹ ਨੋਟ ਕਰ ਲਿਓ। ਮਰਨ ਤੋਂ ਬਾਅਦ ਕੋਈ ਨਰਕ ਨਹੀਂ ਹੈ, ਕੋਈ ਸਵਰਗ ਨਹੀਂ ਹੈ। ਜਿਉਂਦਿਆਂ ਹੀ ਨਰਕ ਹੈ, ਜਿਉਂਦੇ ਹੀ ਸਵਰਗ ਹੈ, ਜਿਉਂਦੇ ਹੀ ਸੱਚਖੰਡ ਹੈ। ਆਪਣੀ ਜ਼ਿੰਦਗੀ ਨੂੰ ਕਿੱਦਾਂ ਬਣਾਉਣਾ ਹੈ, ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਸਤਿਗੁਰ ਕਹਿੰਦੇ ਸੱਚਖੰਡ ਵਸਿਆ ਨਿਰੰਕਾਰ। ਫਿਰ ਪੰਜਵੀਂ ਅਵਸਥਾ ਦਾ ਨਾਮ ਹੈ ਸੱਚਖੰਡ। ਹੁਣ ਇਸ ਅਵਸਥਾ ਦੇ ਵਿੱਚ ਜਦੋਂ ਇਨਸਾਨ ਪਹੁੰਚਦਾ ਹੈ ਤੇ ਪ੍ਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ, ਵਸਿਆ ਨਿਰੰਕਾਰ। ਇਸ ਅਵਸਥਾ ਵਿੱਚ ਕੇਵਲ ਤੇ ਕੇਵਲ ਓਨਲੀ ਪ੍ਰਮਾਤਮਾ ਹੀ ਪ੍ਰਮਾਤਮਾ ਹੁੰਦਾ ਹੈ। ਇੱਕ ਹੀ ਇੱਕ ਹੁੰਦਾ ਹੈ, ਤੂੰ ਹੀ ਤੂੰ ਹੁੰਦਾ ਹੈ, ਕੋਈ ਹੋਰ ਦੂਸਰਾ ਤੀਸਰਾ ਨਹੀਂ ਹੁੰਦਾ। ਜਿਵੇਂ ਬਾਬਾ ਰਵਿਦਾਸ ਸਾਹਿਬ ਨੇ ਕਿਹਾ ਵੀ ਭਰਮ ਹੀ ਖਤਮ ਹੋ ਗਿਆ ਸਾਰਾ, ਹੁਣ ਤਾਂ ਮੈਂ ਤੇਰੇ ਨਾਲ ਹੀ ਮਿਲ ਗਿਆ। ਤੈਨੂੰ ਲੋਕ ਦੂਰ ਕਹਿੰਦੇ ਹੋਣਗੇ, ਪਰ ਮੈਂ ਤੈਨੂੰ ਦੂਰ ਨਹੀਂ ਸਮਝਦਾ। ਹੁਣ ਇੰਨੀ ਕੋਈ ਇੱਕਮਿਕਤਾ ਹੋ ਗਈ ਕਿ ਬਾਬਾ ਰਵਿਦਾਸ ਸਾਹਿਬ ਕਹਿੰਦੇ ਜਿਵੇਂ ਸੋਨੇ ਦੇ ਵੱਖ-ਵੱਖ ਗਹਿਣੇ ਤਿਆਰ ਹੋਣ ਤੇ ਉਹਨਾਂ ਦੇ ਵੱਖ-ਵੱਖ ਨਾਮ ਹੁੰਦੇ ਨੇ, ਪਰ ਜਦੋਂ ਉਹਨਾਂ ਨੂੰ ਢਾਲਿਆ ਜਾਂਦਾ ਤੇ ਉਹ ਸੋਨਾ ਬਣ ਜਾਂਦਾ ਹੈ। ਐਨ ਇਸੇ ਤਰ੍ਹਾਂ ਅਸੀਂ ਵੱਖ-ਵੱਖ ਨਾਮਾਂ, ਜਾਤੀਆਂ ਤੇ ਧਰਮਾਂ ਵਿੱਚ ਵੰਡੇ ਹੋਏ ਹਾਂ, ਪਰ ਸਹੀ ਮਾਇਨੇ 'ਚ ਅਸੀਂ ਸਾਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਔਲਾਦ ਹਾਂ ਤੇ ਉਹਦੇ ਹੀ ਬਣ ਕੇ ਰਹਿਣਾ। ਸੱਚਖੰਡ ਦੀ ਅਵਸਥਾ ਦੇ ਵਿੱਚ ਇਨਸਾਨ ਰੱਬ ਦਾ ਰੂਪ ਹੋ ਜਾਂਦਾ ਹੈ। ਕਰ ਕਰ ਵੇਖਿਆ ਨਦਰ ਨਿਹਾਲ। ਫਿਰ ਉਹਨੂੰ ਇਸ ਗੱਲ ਦੀ ਸਮਝ ਲੱਗਦੀ ਹੈ ਕਿ ਪ੍ਰਮਾਤਮਾ ਹੀ ਇੱਕ ਹੈ ਜਿਹੜਾ ਪੂਰੀ ਕਾਇਨਾਤ ਨੂੰ ਰਚਦਾ ਹੈ, ਉਹਦੀ ਸੰਭਾਲ ਕਰਦਾ ਹੈ ਤੇ ਖੁਸ਼ ਰਹਿੰਦਾ ਹੈ ਹਮੇਸ਼ਾ। ਆਪਾਂ ਵੀ ਪ੍ਰਮਾਤਮਾ ਵਰਗੇ ਹੀ ਬਣਨਾ ਹੈ, ਵਾਹਿਗੁਰੂ ਵਰਗੇ ਹੀ ਬਣਨਾ ਹੈ ਤੇ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ ਬਤੀਤ ਕਰਨਾ ਹੈ। ਤਿੱਥੈ ਖੰਡ ਮੰਡਲ ਵਰਭੰਡ। ਹੁਣ ਉਸ ਅਵਸਥਾ ਵਿੱਚ ਜਾ ਕੇ ਇਨਸਾਨ ਨੂੰ ਇੱਕ ਚੀਜ਼ ਦਾ ਹੋਰ ਅੰਦਾਜ਼ਾ ਹੋ ਜਾਂਦਾ ਹੈ। ਇਨਸਾਨ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ। ਹੁਣ ਵੇਖੋ, ਸਾਇੰਸ ਅੱਜ ਕਹਿੰਦੀ ਹੈ ਵੀ ਬ੍ਰਹਿਮੰਡ ਵਿੱਚ ਬਹੁਤ ਕੁਛ ਹੈ, ਲੇਕਿਨ ਗੁਰੂ ਨਾਨਕ ਸਾਹਿਬ ਨੇ ਕਿੰਨੇ ਸੌ ਸਾਲ ਪਹਿਲਾਂ ਕਹਿ ਦਿੱਤਾ ਸੀ ਕਿ ਬਹੁਤ ਵੱਡਾ ਬ੍ਰਹਿਮੰਡ, ਗਿਣਤੀ ਨਹੀਂ ਕੀਤੀ ਜਾ ਸਕਦੀ।
ਤੇ ਸਤਿਗੁਰੂ ਜੀ ਇੱਥੇ ਕੀ ਕਹਿੰਦੇ ਨੇ ਕਿ ਜਦੋਂ ਇਨਸਾਨ ਅਕਾਲ ਪੁਰਖ ਵਾਹਿਗੁਰੂ ਨਾਲ ਇੱਕਮਿਕ ਹੁੰਦਾ ਹੈ ਤਾਂ ਬੰਦੇ ਨੂੰ ਬੇਅੰਤ ਖੰਡ, ਬੇਅੰਤ ਜਿਹੜੇ ਉਹ ਬ੍ਰਹਿਮੰਡ, ਬੇਅੰਤ ਤਰ੍ਹਾਂ ਦੀਆਂ ਧਰਤੀਆਂ, ਬੇਅੰਤ ਤਰ੍ਹਾਂ ਦੇ ਚੰਦਰਮਾ, ਸੂਰਜ, ਸਿਤਾਰੇ ਦਿਸਣੇ ਸ਼ੁਰੂ ਹੋ ਜਾਂਦੇ ਨੇ। ਉਹਨੂੰ ਪਤਾ ਲੱਗ ਜਾਂਦਾ ਵੀ ਬ੍ਰਹਿਮੰਡ ਬਹੁਤ ਵੱਡਾ ਹੈ, ਅਸੀਂ ਬਹੁਤ ਛੋਟੇ ਹਾਂ, ਛੋਟੀ ਸੋਚ ਵਿੱਚ ਹਾਂ, ਪਰ ਰੱਬ ਦਾ ਜਿਹੜਾ ਘਰ ਹੈ ਉਹ ਬਹੁਤ ਵੱਡਾ ਹੈ। ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ, ਤੇ ਜੇਕਰ ਕੋਈ ਕਥਨ ਕਰਨ ਲੱਗੇ ਅੰਤ ਨਹੀਂ ਪੈ ਸਕਦਾ, ਕਿਉਂਕਿ ਵਾਹਿਗੁਰੂ ਦਾ ਤੇ ਵਾਹਿਗੁਰੂ ਦੀ ਬਣਾਈ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ। ਤਿੱਥੈ ਲੋ ਲੋ ਆਕਾਰ, ਉਸ ਅਵਸਥਾ ਦੇ ਵਿੱਚ ਬੇਅੰਤ ਹੀ ਭਵਨ ਨੇ ਤੇ ਬੇਅੰਤ ਤਰ੍ਹਾਂ ਦੇ ਆਕਾਰ ਨੇ, ਭਾਵ ਕਿ ਰੱਬ ਦੀ ਬਣਾਈ ਕੁਦਰਤ ਦੇ ਆਕਾਰ, ਥਾਂ ਟਿਕਾਣੇ ਤੇ ਨਾਮ ਬੇਅੰਤ ਨੇ। ਇਸ ਗੱਲ ਦੀ ਸਮਝ ਸੱਚਖੰਡ ਵਿੱਚ ਜਾ ਕੇ ਲੱਗਦੀ ਹੈ, ਭਾਵ ਜਦੋਂ ਇਨਸਾਨ ਦੇ ਖੋਪੜ ਖੁੱਲ ਜਾਂਦੇ ਨੇ, ਕਪਾਟ ਖੁੱਲ ਜਾਂਦੇ ਨੇ, ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਾਰ, ਸੱਚ ਪਤਾ ਲੱਗ ਜਾਂਦਾ ਹੈ ਕਿ ਸੰਸਾਰ ਦੀ ਕਾਰ ਰੱਬ ਦੇ ਹੁਕਮ ਨਾਲ ਚੱਲ ਰਹੀ ਹੈ। ਜਿਵੇਂ ਜਿਵੇਂ ਉਹਦਾ ਹੁਕਮ ਹੈ ਤਿਵੇਂ ਤਿਵੇਂ ਹੀ ਸੰਸਾਰ ਚੱਲ ਰਿਹਾ ਹੈ। ਇਹਨੂੰ, ਕੁਦਰਤ ਨੂੰ ਬ੍ਰਹਮਾ, ਸ਼ਿਵ ਜਾਂ ਵਿਸ਼ਨੂੰ ਨਹੀਂ ਚਲਾ ਰਹੇ, ਕੁਦਰਤ ਨੂੰ ਕੋਈ ਦੇਵਤਾ ਨਹੀਂ ਚਲਾ ਰਿਹਾ, ਕੋਈ ਪੀਰ ਫਕੀਰ ਨਹੀਂ ਚਲਾ ਰਿਹਾ, ਕੁਦਰਤ ਨੂੰ ਕੇਵਲ ਤੇ ਕੇਵਲ ਕੁਦਰਤ ਦਾ ਮਾਲਕ ਅਕਾਲ ਪੁਰਖ ਹੀ ਚਲਾ ਰਿਹਾ ਹੈ, ਔਰ ਉਹਦੇ ਤੋਂ ਵੱਡਾ ਤੇ ਮਹਾਨ ਹੋਰ ਕੋਈ ਵੀ ਨਹੀਂ ਹੈ। ਵੇਖੈ ਵਿਕਸੈ ਕਰ ਵਿਚਾਰ, ਆਪ ਹੀ ਵਿਚਾਰ ਕਰਕੇ ਆਪਣੀ ਕੁਦਰਤ ਨੂੰ ਤਿਆਰ ਕਰਕੇ ਤੇ ਉਹਦੀ ਸੰਭਾਲ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਹੁਤ ਖੁਸ਼ ਰਹਿੰਦਾ ਹੈ ਪ੍ਰਮਾਤਮਾ। ਨਾਨਕ ਕਥਨਾ ਕਰੜਾ ਸਾਰ, ਆ ਜਿਹੜੀ ਅਵਸਥਾ ਹੈ ਇਹਨੂੰ ਬਿਆਨ ਕਰਨਾ ਬਹੁਤ ਔਖਾ ਹੈ। ਦੰਦਾਂ ਦੇ ਨਾਲ ਲੋਹਾ ਚਬਾਉਣ ਵਾਲੀ ਗੱਲ ਹੈ, ਨਹੀਂ ਬਿਆਨ ਕਰ ਸਕਦਾ ਕੋਈ ਬੰਦਾ। ਫੋਕੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ, ਇਸ ਅਵਸਥਾ 'ਚ ਪਹੁੰਚ ਕੇ ਹੀ ਪਤਾ ਲੱਗਦਾ ਹੈ ਇਸ ਅਵਸਥਾ ਦਾ ਆਨੰਦ ਕੀ ਹੈ। ਸੋ ਗੁਰੂ ਨਾਨਕ ਸਾਹਿਬ ਅੱਗੇ ਜੋੜੋ ਹੱਥ ਤੇ ਸਤਿਗੁਰੂ ਨੂੰ ਕਹੋ ਕਿ ਮਾਲਕ ਕਿਰਪਾ ਕਰੀ, ਰਹਿਮਤ ਕਰੀ, ਸਾਨੂੰ ਵੀ ਜਿਉਣਾ ਦੱਸ, ਤੇ ਅਸੀਂ ਵੀ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਤੇਰੇ ਇਹਨਾਂ ਬਚਨਾਂ ਦੀ ਸਹੀ ਤਰ੍ਹਾਂ ਵਿਚਾਰ ਕਰਕੇ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ ਤੇ ਤੇਰੇ ਬਚਨਾਂ ਮੁਤਾਬਕ ਹੀ ਚੱਲੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।